ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਵਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਗੁਰੂ ਨੇ ਰਹਿਮਤ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਕੇ ਇਲਾਹੀ ਸ਼ਬਦ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਨਿਤਾ ਪ੍ਰਤੀ ਲੜੀਵਾਰ ਚੱਲ ਰਹੀ ਵਿਚਾਰ ਸ੍ਰੀ ਆਸਾ ਦੀ ਵਾਰ, ਤਿਨਾਂ ਦੀ 12ਵੀਂ ਪੌੜੀ ਦੇ ਕੱਲ ਅਸੀਂ 2 ਸ਼ਲੋਕ ਵਿਚਾਰੇ ਸਨ। ਅਗਲੇਰੇ 2 ਸ਼ਲੋਕ ਤੇ 12ਵੀਂ ਪੌੜੀ ਅੱਜ ਅਸੀਂ ਵਿਚਾਰਨੀ ਹੈ। ਬੜੇ ਹੀ ਅਦਬ ਤੇ ਸਤਿਕਾਰ ਨਾਲ ਗੁਰੂ ਸਾਹਿਬ ਅੱਗੇ ਸੀਸ ਝੁਕਾਉਂਦਿਆਂ ਗੁਰੂ ਕੋਲੋਂ ਆਗਿਆ ਮੰਗੀਏ, ਪਾਤਸ਼ਾਹ ਰਹਿਮਤ ਕਰ। ਆਪਣੇ ਵਿਚਾਰ ਆਪ ਕਰਵਾ ਲੈਣੀ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤ ਆਤਮਾ, ਆਤਮਾ ਵਾਸੁਦੇਵਸਯ, ਜੇ ਕੋ ਜਾਣੈ ਭਇਓ, ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦਿਓ। ਇਹ ਪਾਵਨ ਸ਼ਲੋਕ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤੀਸਰਾ ਸ਼ਲੋਕ ਹੈ ਇਸ ਪੌੜੀ ਦੇ ਨਾਲ। ਪਹਿਲੇ 2 ਸ਼ਲੋਕ ਅਸੀਂ ਵਿਚਾਰੇ ਸਨ, ਜਿਹਦੇ ਵਿੱਚ ਪਹਿਲੇ ਸ਼ਲੋਕ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜ਼ਿਕਰ ਕਰਦੇ ਸਨ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਦੂਸਰੇ ਸ਼ਲੋਕ ਦੇ ਅੰਦਰ ਗੁਰੂ ਅੰਗਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸਨ ਕਿ ਯੋਗ ਸ਼ਬਦੰ ਗਿਆਨ ਸ਼ਬਦੰ। ਇਹ ਤੀਸਰਾ ਸ਼ਲੋਕ ਹੈ, ਇਹ ਗੁਰੂ ਅੰਗਦ ਪਾਤਸ਼ਾਹ ਜੀ ਦਾ। ਇੱਥੇ ਸ਼ਬਦ ਆਇਆ ਹੈ ਕ੍ਰਿਸ਼ਨੰ, ਤੇ ਕਈ ਵਾਰ ਸਾਡੇ ਮਨਾਂ ਵਿੱਚ ਭੁਲੇਖਾ ਪੈ ਜਾਂਦਾ ਕਿ ਇਹ ਕ੍ਰਿਸ਼ਨ ਦੇ ਪਰਥਾਏ ਹੈ। ਪਰ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਇਹ ਸ਼ਬਦ ਕੀ ਆਖਦਾ ਹੈ? ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਏਕ ਕ੍ਰਿਸ਼ਨੰ ਸਰਬ ਦੇਵਾ। ਧਰਤੀ ਦੇ ਉੱਤੇ ਬੜੇ ਦੇਵਤੇ ਹੋਏ ਨੇ, ਬੜੇ ਰਿਸ਼ੀ ਹੋਏ ਨੇ, ਮੁਨੀ ਹੋਏ ਨੇ। ਮੈਂ ਕੱਲ੍ਹ ਵੀ ਵਿਚਾਰ ਕੀਤੀ ਸੀ ਕਿ ਅਨੇਕਾਂ ਪਰਮਾਤਮਾ ਦੇ ਪੁੱਤਰ, ਅਨੇਕਾਂ ਪਰਮਾਤਮਾ ਦਾ ਰੂਪ, ਤੇ ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਖੁਦ ਪਰਮਾਤਮਾ ਇਸ ਧਰਤੀ ਦੇ ਉੱਤੇ ਚੱਲ ਕੇ ਆਏ ਹਾਂ। ਪਰ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨਹੀਂ, ਸੰਸਾਰ ਦੇ ਲੋਕੋ, ਇਸ ਸੰਸਾਰ ਦੇ ਉੱਤੇ ਉਹ ਪਰਮਾਤਮਾ ਇੱਕ ਹੀ ਹੈ, ਏਕ ਕ੍ਰਿਸ਼ਨੰ। ਇਹ ਜਿਹੜਾ ਕ੍ਰਿਸ਼ਨੰ ਸ਼ਬਦ ਹੈ, ਇਹਨੂੰ ਕ੍ਰਿਸ਼ਨ ਦੇ ਰੂਪ ਵਿੱਚ ਨਹੀਂ ਲੈਣਾ। ਇੱਥੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਰਾਮ, ਰਹੀਮ, ਕਰੀਮ ਅਨੇਕਾਂ ਸ਼ਬਦ ਵਰਤੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ,
ਇੱਥੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਕ੍ਰਿਸ਼ਨੰ। ਉਹ ਜਿਹੜਾ ਪ੍ਰਮਾਤਮਾ ਹੈ ਉਹ ਇੱਕ ਹੈ, ਤੇ ਇੱਕ ਪ੍ਰਮਾਤਮਾ ਫਿਰ ਕੀ ਹੈ? ਸਰਬ ਦੇਵਾ, ਸਾਰਿਆਂ ਦਾ ਦੇਵਤਾ, ਸਭ ਤੋਂ ਉੱਤਮ। ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਤੇ ਉਹਨਾਂ ਦੇਵਤਿਆਂ ਦੇ ਵੀ ਦੇਵਤਿਆਂ ਦਾ ਆਤਮਾ, ਭਾਵ ਸਾਰਿਆਂ ਦੇ ਵਿੱਚ। ਅਸੀਂ ਕੱਲ੍ਹ ਵਿਚਾਰ ਕੀਤੀ ਸੀ ਨਾ, ਬਲਿਹਾਰੀ ਕੁਦਰਤ ਵਸਿਆ। ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦੇ ਵਿੱਚ ਉਹਦੀ ਆਤਮਾ, ਭਾਵ ਉਹ ਸਾਰਿਆਂ ਦੇ ਵਿੱਚ ਪਸਰ ਰਿਹਾ ਹੈ ਪਰ ਉਹ ਇੱਕ। ਏਕ ਕ੍ਰਿਸ਼ਨੰ ਸਰਬ ਦੇਵਾ, ਸਾਰਿਆਂ ਦਾ ਦੇਵਤਾ, ਦੇਵ ਦੇਵਾ, ਭਾਵ ਦੇਵਤਿਆਂ ਦਾ ਵੀ ਉਹ ਦੇਵਤਾ ਹੈ। ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਭਾਵ ਉਹ ਸਾਰਿਆਂ ਦੇ ਵਿੱਚ ਆਤਮਾ ਸਰੂਪ ਹੋ ਕੇ ਪਸਰ ਰਿਹਾ। ਚਾਹੇ ਉਹ ਪਸ਼ੂ ਪੰਛੀ ਨੇ, ਚਾਹੇ ਉਹ ਇਨਸਾਨ ਨੇ, ਚਾਹੇ ਉਹ ਕੁਦਰਤ ਹੈ ਉਹਦੀ ਬਣਾਈ ਹੋਈ, ਸਾਰਿਆਂ ਦੇ ਵਿੱਚ ਉਹਦੀ ਆਤਮਾ ਹੀ ਪਸਰ ਰਹੀ ਹੈ। ਤੇ ਸਤਿਗੁਰੂ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਆਤਮਾ ਵਾਸੁਦੇਵਸਯ ਜੇ ਕੋ ਜਾਣੈ ਭਿਓ। ਉਹ ਪਰਮਾਤਮਾ, ਇੱਥੇ ਹੁਣ ਵਾਸੁਦੇਵਸਯ ਇਹ ਸ਼ਬਦ ਆਇਆ, ਤੇ ਕ੍ਰਿਸ਼ਨ ਨੂੰ ਵੀ ਵਾਸੁਦੇਵ ਕਿਹਾ ਗਿਆ। ਪਰ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਜਿਹੜੀ ਆਤਮਾ ਹੈ ਨਾ ਪਰਮਾਤਮਾ ਦੀ, ਜੇ ਕੋਈ ਸਮਝ ਲਏ, ਜੇ ਕੋਈ ਜਾਣ ਲਏ, ਜੇ ਉਹਦਾ ਕੋਈ ਭੇਦ ਭਾਵ ਲਵੇ ਇਸ ਸੰਸਾਰ ਦੇ ਉੱਤੇ, ਜੇ ਕੋਈ ਉਹਦੀ ਬੰਦਗੀ ਕਰ ਰਹੇ, ਤੇ ਅਗਲੀ ਪੰਕਤੀ ਦੇ ਵਿੱਚ ਇਹ ਵਿਚਾਰ ਸਮੋਈ ਹੈ ਕਿ ਸੋਈ ਨਿਰੰਜਨ ਦਿਓ, ਕਿ ਇਸ ਸੰਸਾਰ ਦੇ ਉੱਤੇ ਉਹੀ ਇੱਕ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ। ਹੁਣ ਸੰਸਾਰੀ ਦੇਵਤਿਆਂ ਦੀ ਗੱਲ ਕਰਾਂਗੇ, ਸੰਸਾਰੀ ਰਿਸ਼ੀਆਂ ਮੁਨੀਆਂ ਦੀ ਗੱਲ ਕਰਾਂਗੇ, ਤੇ ਕਈ ਵਾਰ ਉਹਨਾਂ ਦੇ ਜੀਵਨ ਦੇ ਉੱਤੇ ਕਾਲਖਾਂ ਆਈਆਂ ਨੇ। ਕਈਆਂ ਨੇ ਆਪਣੇ ਤਨ ਦੇ ਉੱਤੇ, ਆਪਣੇ ਮਨ ਦੇ ਉੱਤੇ ਇਸ ਸੰਸਾਰ ਦਾ ਪ੍ਰਭਾਵ ਕਬੂਲ ਲਿਆ, ਪਰ ਉਹ ਪਰਮਾਤਮਾ ਇਸ ਪ੍ਰਭਾਵ ਤੋਂ ਰਹਿਤ ਹੈ, ਉਹ ਪ੍ਰਭਾਵ ਨਹੀਂ ਕਬੂਲਦਾ। ਇਸ ਧਰਤੀ 'ਤੇ ਜੋ ਮਰਜ਼ੀ ਹੁੰਦਾ ਰਹੇ, ਪਰਮਾਤਮਾ ਸ੍ਰੇਸ਼ਟ ਆਤਮਾ ਹੈ। ਉਹ ਅਮੀਰ ਗਰੀਬ ਨਹੀਂ ਦੇਖਦੀ, ਉਹ ਇਸ ਧਰਤੀ ਦੇ ਉੱਤੇ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਤੇ ਗੁਰੂ ਅੰਗਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਜੇ ਕੋਈ ਭੇਦ ਜਾਣ ਲੈਂਦਾ ਨਾ, ਜੇ ਕੋਈ ਸਮਝ ਲੈਂਦਾ ਕਿ ਸੋਈ ਨਿਰੰਜਨ ਦਿਓ, ਤੇ ਫਿਰ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਜੀ ਆਖਦੇ ਨੇ ਨਾਨਕ ਤਾਂ ਕਾ ਦਾਸ ਹੈ। ਮੈਂ ਉਹਨਾਂ ਦਾ ਦਾਸ ਹਾਂ ਜਿਹੜੇ ਇਸ ਭੇਦ ਨੂੰ ਜਾਣ ਲੈਂਦੇ ਨੇ। ਇਸ ਕਰਕੇ ਸਤਿਗੁਰੂ ਜੀ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਉਸ ਪਰਮਾਤਮਾ ਨੂੰ ਇੱਕ ਸਮਝੋ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਇਹ ਅਗਲਾ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਤੇ ਗੁਰੂ ਨਾਨਕ ਪਾਤਸ਼ਾਹ ਜੀ ਉਦਾਹਰਨ ਦਿੰਦੇ ਨੇ ਇੱਕ ਘੜੇ ਦੀ। ਅਸੀਂ ਸਾਰੇ ਜਾਣਦੇ ਹਾਂ ਕਿ ਘੜੇ ਨੂੰ ਤਿਆਰ ਕਰਨ ਵਾਸਤੇ ਮਿੱਟੀ ਚਾਹੀਦੀ ਹੈ, ਤੇ ਮਿੱਟੀ ਗੁੰਨਣ ਵਾਸਤੇ ਫਿਰ ਪਾਣੀ ਦੀ ਲੋੜ ਪੈਂਦੀ ਹੈ। ਜਦੋਂ ਤੱਕ ਮਿੱਟੀ ਗਿੱਲੀ ਨਹੀਂ ਨਾ ਹੁੰਦੀ, ਮਿੱਟੀ ਭਿੱਜਦੀ ਨਹੀਂ, ਮਿੱਟੀ ਗਲਦੀ ਨਹੀਂ, ਉਦੋਂ ਤੱਕ ਉਹਦਾ ਘੜਾ ਨਹੀਂ ਤਿਆਰ ਹੋ ਸਕਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜਿਸ ਤਰ੍ਹਾਂ ਘੜਾ ਤਿਆਰ ਕਰਨ ਵਾਸਤੇ ਪਾਣੀ ਦੀ ਜ਼ਰੂਰਤ ਹੈ, ਤੇ ਫਿਰ ਇਸ ਸੰਸਾਰ ਦੇ ਉੱਤੇ ਜੇ ਪਾਣੀ ਨੂੰ ਬੰਨ੍ਹ ਕੇ ਰੱਖਣਾ ਹੋਵੇ, ਭਾਵ ਟਿਕਾ ਕੇ ਰੱਖਣਾ ਹੋਵੇ, ਤੇ ਫਿਰ ਵੀ ਪਾਣੀ ਦੀ ਜ਼ਰੂਰਤ ਹੈ। ਮਾਫ਼ ਕਰਨਾ, ਫਿਰ ਵੀ ਘੜੇ ਦੀ ਜ਼ਰੂਰਤ ਹੈ। ਘੜਾ ਹੋਵੇਗਾ। ਪੁਰਾਣੇ ਸਮੇਂ ਵਿੱਚ, ਪੁਰਾਤਨ ਸਮਿਆਂ ਦੇ ਵਿੱਚ ਘੜਾ ਜਿਹੜਾ ਸੀ ਉਹ ਬਹੁਤ ਜ਼ਰੂਰੀ ਸੀ। ਘਰਾਂ ਦੇ ਵਿੱਚ
ਸਵਾਣੀਆਂ ਖੂਹ ਦੇ ਉੱਤੋਂ ਪਾਣੀ ਲੈਣ ਵਾਸਤੇ ਜਾਂਦੀਆਂ ਸਨ ਅਤੇ ਘੜੇ ਇੱਕ ਐਸ ਬਾਂਹ ਦੇ ਥੱਲੇ ਦੇ ਲੈਣਾ, ਇੱਕ ਦੂਜੀ ਬਾਂਹ ਦੇ ਥੱਲੇ, ਇੱਕ ਜਾਂ ਦੋ ਸਿਰ ਦੇ ਉੱਤੇ ਰੱਖ ਲੈਣੇ, ਅਤੇ ਜਿਹਨੇ ਸਭ ਤੋਂ ਵੱਧ ਘੜੇ ਚੱਕਣੇ ਉਹ ਸਵਾਣੀ ਸਵੱਜੀ ਸਮਝੀ ਜਾਂਦੀ ਸੀ ਕਿ ਇਹ ਬੜੀ ਚੰਗੀ ਇਸਤਰੀ ਹੈ, ਜਿਹਨੂੰ ਇਹ ਗੁਣ ਆਉਂਦਾ ਹੈ ਕਿ ਮੈਂ ਇੰਨੇ ਘੜੇ ਚੁੱਕ ਸਕਦੀ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਜਿਸ ਤਰ੍ਹਾਂ ਪਾਣੀ ਨੂੰ ਬੰਨ੍ਹ ਕੇ ਰੱਖਣ ਲਈ ਘੜੇ ਦੀ ਜ਼ਰੂਰਤ ਹੈ ਨਾ, ਕੁੰਭੈ ਬੱਧਾ ਜਲ ਰਹਿ, ਕੁੰਭ ਘੜਾ, ਪਾਣੀ ਨੂੰ ਟਿਕਾਉਣ ਵਾਸਤੇ ਘੜੇ ਦੀ ਜ਼ਰੂਰਤ ਹੈ। ਜਲ ਬਿਨ ਕੁੰਭ ਨਾ ਹੋਏ, ਪਰ ਉਹ ਕੁੰਭ ਜਿਹੜਾ ਬਣਾਉਣ ਵਾਸਤੇ ਪਾਣੀ ਚਾਹੀਦਾ, ਪਾਣੀ ਤੋਂ ਬਗੈਰ ਉਹ ਕੁੰਭ ਵੀ ਨਹੀਂ ਬਣ ਸਕਦਾ। ਸੁਮੇਲ ਹੈ ਨਾ ਆਪਸ ਵਿੱਚ। ਅਤੇ ਬੜੀ ਵੱਡੀ ਉਦਾਹਰਨ ਦਿੱਤੀ ਅੱਗੇ ਕਿ ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹੁਣ ਕਈ ਗਿਆਨੀ ਇਸ ਸੰਸਾਰ ਦੇ ਉੱਤੇ ਪੈਦਾ ਹੋਏ ਨੇ, ਬੜਾ ਬੜਾ ਗਿਆਨ ਹੈ ਉਹਨਾਂ ਦੇ ਕੋਲੋਂ, ਪੋਥੀਆਂ ਦੀਆਂ ਪੋਥੀਆਂ ਆਪਣੇ ਨਾਲ ਬੰਨ੍ਹੀ ਫਿਰਦੇ ਨੇ ਗਿਆਨ ਦੀਆਂ, ਅਤੇ ਇਸ ਸੰਸਾਰ ਦੇ ਉੱਤੇ ਜਤਾਉਂਦੇ ਨੇ ਕਿ ਸਾਨੂੰ ਇੰਨਾ ਗਿਆਨ ਹੈ। ਇੱਕ ਗਿਆਨੀ ਉਹ ਨੇ, ਇੱਕ ਗਿਆਨੀ ਉਹ ਨੇ ਜਿਹੜੇ ਆਣ ਕੇ ਗੁਰੂ ਦਰਬਾਰ ਵਿੱਚ ਸਿਜਦਾ ਕਰਦੇ ਨੇ, ਗੁਰੂ ਦਰਬਾਰ ਵਿੱਚ ਆਣ ਕੇ ਭੀਖ ਮੰਗਦੇ ਨੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸੱਚੇ ਪਾਤਸ਼ਾਹ ਅਸੀਂ ਤੇਰੇ ਭਿਖਾਰੀ ਹਾਂ, ਅਸੀਂ ਤੇਰੇ ਕੋਲੋਂ ਕੁਝ ਮੰਗਣ ਵਾਸਤੇ ਆਏ ਹਾਂ। ਅਤੇ ਆਪਣੀ ਝੋਲੀ ਵਿੱਚ ਫਿਰ ਦਾਨ ਕਾਹਦਾ ਪਵਾਉਂਦੇ ਨੇ? ਗਿਆਨ ਦਾ। ਪਾਤਸ਼ਾਹ ਰਹਿਮਤ ਕਰ, ਅਸੀਂ ਨਿਤਨੇਮੀ ਬਣ ਜਾਈਏ, ਅਸੀਂ ਸਹਿਜ ਪਾਠ ਕਰਨ ਦੇ ਯੋਗ ਹੋ ਜਾਈਏ, ਤੇਰੀ ਬਾਣੀ ਪੜ੍ਹੀਏ, ਤੇਰਾ ਇਤਿਹਾਸ ਪੜ੍ਹੀਏ, ਸੁਣੀਏ, ਵਿਚਾਰੀਏ। ਅਤੇ ਸੰਸਾਰ ਦੇ ਉੱਤੇ ਐਸੇ ਗਿਆਨੀ ਵੀ ਮਿਲ ਜਾਂਦੇ ਨੇ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਹੇ ਮਨੁੱਖ, ਜਿਸ ਤਰ੍ਹਾਂ ਪਾਣੀ ਨੂੰ ਬੰਨ੍ਹਣ ਵਾਸਤੇ ਘੜੇ ਦੀ ਲੋੜ ਹੈ, ਇਸੇ ਤਰ੍ਹਾਂ ਗਿਆਨ ਹਾਸਲ ਕਰਨ ਵਾਸਤੇ ਗੁਰੂ ਦੀ ਜ਼ਰੂਰਤ ਹੈ। ਜਦੋਂ ਤੱਕ ਗੁਰੂ ਨਹੀਂ ਨਾ ਮਿਲਦਾ ਉਦੋਂ ਤੱਕ ਗਿਆਨ ਨਹੀਂ ਹਾਸਲ ਹੁੰਦਾ। ਮੇਰੇ ਬਜ਼ੁਰਗ ਬੈਠੇ ਨੇ, ਮਾਤਾਵਾਂ ਬੈਠੀਆਂ ਨੇ। ਜਦੋਂ ਅਸੀਂ ਸਕੂਲ ਨਾ ਜਾਈਏ ਤੇ ਫਿਰ ਮਨੁੱਖ ਅਨਪੜ੍ਹ ਰਹਿੰਦਾ, ਪੜ੍ਹਦਾ ਨਹੀਂ। ਅਤੇ ਪੜ੍ਹਨ ਵਾਸਤੇ ਸਭ ਤੋਂ ਪਹਿਲਾਂ ਉਹਨੂੰ ਇੱਕ ਅਧਿਆਪਕ ਦੀ ਲੋੜ ਪੈਂਦੀ ਹੈ, ਇੱਕ ਟੀਚਰ ਦੀ ਲੋੜ ਪੈਂਦੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਗਿਆਨ ਹਾਸਲ ਕਰਨ ਵਾਸਤੇ, ਜਿਸ ਗਿਆਨ ਦੇ ਨਾਲ ਇਸ ਸੰਸਾਰ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਨਾ, ਉਹ ਗਿਆਨ ਹਾਸਲ ਕਰਨ ਵਾਸਤੇ ਫਿਰ ਗੁਰੂ ਦੀ ਜ਼ਰੂਰਤ ਹੈ। ਜੇ ਗੁਰੂ ਨਹੀਂ ਮਿਲਿਆ ਅਤੇ ਫਿਰ ਸੰਸਾਰ ਦੇ ਉੱਤੇ ਮਨੁੱਖ ਅਗਿਆਨਤਾ ਦੇ ਵੱਸ ਹੋ ਕੇ ਆਪਣੇ ਮਨ ਦੀ ਮਰਜ਼ੀ ਕਰਦਾ ਹੋਇਆ ਸਾਰੇ ਸੰਸਾਰ ਦੇ ਵਿੱਚ ਵਿਚਰੇਗਾ। ਉਹਨੂੰ ਫਿਰ ਇਸ ਸੰਸਾਰ ਦੇ ਵਿੱਚ ਆਪਣੇ ਅਤੇ ਪਰਾਏ ਦੀ ਪਛਾਣ ਨਹੀਂ ਰਹੇਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਪੌੜੀ ਪੜ੍ਹਿਆ ਹੋਵੈ ਗੁਨਾਹਗਾਰ, ਤਾਂ ਓਮੀ ਸਾਧ ਨਾ ਮਾਰੀਐ। ਇਹ 12ਵੀਂ ਪੌੜੀ ਹੈ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਪੜ੍ਹਿਆ ਹੋਵੈ ਗੁਨਾਹਗਾਰ। ਪਹਿਲਾਂ ਗਿਆਨ ਦੀ ਗੱਲ ਕੀਤੀ ਹੈ ਕਿ ਗਿਆਨ ਕਾ ਬੱਧਾ ਮਨ ਰਹਿ। ਗਿਆਨ ਇਹ ਗੱਲ ਆਖਦਾ ਹੈ ਕਿ ਭਾਈ, ਜੇ ਅੱਗ ਦੇ ਲਾਗੇ ਜਾ ਕੇ ਅੱਗ ਦੇ ਉੱਤੇ ਹੱਥ ਰੱਖੇਗਾ ਤੇ ਸੇਕ ਪਏਗਾ, ਪਰ ਜੇ ਮਨੁੱਖ ਅਗਿਆਨਤਾ ਦੇ ਵੱਸ ਉਸ ਅੱਗ ਦੇ ਉੱਤੇ ਹੱਥ ਰੱਖ ਦੇਵੇ ਤੇ ਉਹ ਹੱਥ ਸੜ ਜਾਵੇਗਾ। ਮਨੁੱਖ ਪੜ੍ਹੇਗਾ, ਉਹਨੂੰ ਇਹ ਸਮਝ ਆਵੇਗੀ। ਮਨੁੱਖ ਜਾਣਕਾਰ ਹੋਵੇਗਾ, ਉਹ ਸੰਸਾਰ ਦੇ ਵਿੱਚ ਚੱਲੇਗਾ। ਹੁਣ ਜੇ ਅਸੀਂ ਅੰਮ੍ਰਿਤਸਰ ਤੋਂ ਦਿੱਲੀ ਆਉਣਾ ਹੋਵੇ ਨਾ, ਫਿਰ ਕੀ ਕਰਦੇ ਹਾਂ ਕਿ ਜੇ ਤਾਂ ਮਨੁੱਖ ਪੜ੍ਹਿਆ, ਉਹ ਫਿਰ ਮੀਲ ਪੱਥਰ ਵੇਖਦਾ, ਉਹਦੇ ਉੱਤੇ ਲਿਖਿਆ ਹੁੰਦਾ ਕਿ ਇੰਨੇ ਕਿਲੋਮੀਟਰ ਜਲੰਧਰ ਰਹਿ ਗਿਆ, ਇੰਨੇ ਕਿਲੋਮੀਟਰ ਲੁਧਿਆਣਾ ਰਹਿ ਗਿਆ। ਇੱਥੋਂ ਲੁਧਿਆਣੇ ਤੋਂ ਅਸੀਂ ਇਸ ਪਾਸੇ ਨੂੰ ਜਾਵਾਂਗੇ, ਇੱਥੋਂ ਇਹ ਨੂੰ ਜਾਵਾਂਗੇ। ਅਤੇ ਲੰਘਦਿਆਂ ਲੰਘਾਉਂਦਿਆਂ, ਪੜ੍ਹਦਿਆਂ ਪੜ੍ਹਾਉਂਦਿਆਂ ਅਸੀਂ ਫਿਰ ਜਿਹੜਾ ਵਾ ਉਹ ਦਿੱਲੀ ਪਹੁੰਚ ਜਾਂਦੇ ਹਾਂ।
ਤੇ ਜੇ ਕੋਈ ਅਨਪੜ੍ਹ ਹੋਵੇ ਤੇ ਫਿਰ ਉਹ ਬੜੀ ਮੁਸ਼ਕਲ ਦੇ ਨਾਲ ਆਉਂਦਾ, ਪੁੱਛਦਾ ਪੁਛਾਉਂਦਾ। ਤੇ ਕਈ ਵਾਰ ਐਸਾ ਵੀ ਵੇਖਣ ਵਿੱਚ ਆਉਂਦਾ, ਤੁਸੀਂ ਪੰਜਾਬ ਦੇ ਰਹਿਣ ਵਾਲੇ ਜੇ, ਤੇ ਜੇ ਅਸੀਂ ਪੰਜਾਬੋਂ ਗੁਜਰਾਤ ਦੇ ਵਿੱਚ ਆ ਜਾਈਏ ਨਾ, ਤੇ ਜਿਹੜੇ ਗੁਜਰਾਤੀ ਨੇ ਫਿਰ ਉਹ ਸਾਨੂੰ ਮਖੌਲ ਦੇ ਵਿੱਚ ਲੈ ਲੈਂਦੇ ਨੇ ਕਿ ਭਾਈ ਐਂ ਨੂੰ ਚਲੇ ਜਾ ਤੇ ਆਹ ਰਸਤਾ ਉੱਥੇ ਪਹੁੰਚਾ ਦੂਗਾ। ਤੇ ਭੁਲੇਖੇ ਵਿੱਚ, ਕਿਉਂਕਿ ਪੜ੍ਹੇ ਨਹੀਂ, ਮਨੁੱਖ ਆਪਣੀ ਮੰਜ਼ਿਲ ਤੋਂ ਕੁਰਾਹੇ ਪੈ ਜਾਂਦਾ। ਜੇ ਕੋਈ ਇੱਧਰੋਂ ਗਿਆ ਤੇ ਕੋਈ ਮਖੌਲ ਦੇ ਨਾਲ ਪੰਜਾਬੀ ਇਹ ਗੱਲ ਆਖ ਦਿੰਦਾ ਕਿ ਭਾਈ ਆਹ ਰਸਤਾ ਜਿਹੜਾ ਵਾ ਇਹ ਐਂ ਨੂੰ ਜਾਂਦਾ ਏ ਤੇ ਇਸ ਰਸਤੇ ਨੂੰ ਪਕੜ ਲੈ। ਤੇ ਉਹ ਮਨੁੱਖ ਕੀ ਕਰਦਾ, ਫਿਰ ਉਹਦੀ ਜਿਹੜੀ ਸੇਧ ਆ ਉਹਦੀ ਸੇਧ ਦੇ ਅਨੁਸਾਰ ਚੱਲ ਪੈਂਦਾ। ਇਸ ਕਰਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀਆਂ ਨੇ ਕਿ ਭਾਈ ਗਿਆਨ ਹਾਸਲ ਕਰਨਾ ਬਹੁਤ ਜ਼ਰੂਰੀ ਹੈ, ਉੱਥੇ ਨਾਲ ਹੀ ਇੱਕ ਗੱਲ ਅੱਗੇ ਆਖੀ ਹੈ ਪੌੜੀ ਦੇ ਅੰਦਰ ਕਿ ਪੜ੍ਹਿਆ ਹੋਵੇ ਗੁਨਾਹਗਾਰ। ਜੇ ਕੋਈ ਮਨੁੱਖ ਪੜ੍ਹ ਲਵੇ ਤੇ ਫਿਰ ਵੀ ਕਿਰਾਏ ਤੁਰਿਆ ਫਿਰੇ, ਗੁਨਾਹਗਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਮਨੁੱਖ ਨੇ ਗਿਆਨ ਹਾਸਲ ਕਰ ਲਿਆ, ਨਿਤਾ ਪ੍ਰਤੀ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਬਾਣੀ ਸੁਣਦਾ, ਕੀਰਤਨ ਸੁਣਦਾ, ਸੇਵਾ ਕਰਦਾ, ਤੇ ਫਿਰ ਵੀ ਉਹ ਕਿਰਾਏ ਪਏ, ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਮੱਥੇ ਟੇਕੇ, ਬੁੱਤਾਂ ਨੂੰ ਪੂਜੇ, ਤੇ ਫਿਰ ਕੀ ਹੋਵੇਗਾ? ਕਹਿੰਦੇ ਫਿਰ ਜਿਹੜਾ ਆਮ ਮਨੁੱਖ ਹੈ ਨਾ, ਉਹ ਮਨੁੱਖ ਉਸ ਜਿਹੜਾ ਪੜ੍ਹਿਆ ਲਿਖਿਆ ਮਨੁੱਖ ਹੈ ਉਹਦੇ ਵੱਲ ਤੱਕ ਕੇ ਇਹ ਨਾ ਸਮਝ ਲਵੇ ਕਿ ਇਹ ਪੜ੍ਹਿਆ ਲਿਖਿਆ ਕੁਰਾਏ ਪਿਆ ਤੇ ਮੇਰਾ ਕੀ ਬਣੇਗਾ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਕਿ ਓਮੀ ਸਾਧ ਨਾ ਮਾਰੀਐ। ਓਮੀ ਦਾ ਭਾਵ ਅਰਥ ਹੈ ਜਿਹੜਾ ਕੇਵਲ ਓਮ ਨੂੰ ਜਾਣਦਾ ਹੋਵੇ, ਭਾਵ ਅਨਪੜ੍ਹ ਮਨੁੱਖ। ਹੁਣ ਜਿਹਨੇ ਇੱਥੇ ਬਹਿ ਕੇ ਵਾਹਿਗੁਰੂ ਦਾ ਤੇ ਗੁਰਮੰਤਰ ਜਪ ਲਿਆ, ਵਾਹਿਗੁਰੂ ਵਾਹਿਗੁਰੂ ਸ਼ਾਮਾਂ ਨੂੰ ਅਸੀਂ ਇੱਥੇ ਬੈਠ ਕੇ ਕਰਦੇ ਹਾਂ ਨਾ, ਰਾਤ ਨੂੰ ਕੁਝ ਘੜੀਆਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਜਾਂ ਸਵੇਰੇ ਅੰਮ੍ਰਿਤ ਵੇਲੇ ਕੁਝ ਸਮਾਂ ਅਭਿਆਸ ਕਰਦੇ ਹਾਂ। ਤੇ ਉਹ ਅਭਿਆਸੀ ਇਹ ਨਾ ਸਮਝ ਲਵੇ ਕਿ ਮੈਂ ਗਿਆਨ ਹਾਸਲ ਨਹੀਂ ਕੀਤਾ, ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਤੇ ਜਿਹੜਾ ਪੜ੍ਹਿਆ ਲਿਖਿਆ, ਜਿਹੜਾ ਬਾਣੀ ਪੜ੍ਹਦਾ, ਇਹ ਕੁਰਾਏ ਤੁਰਿਆ ਫਿਰਦਾ। ਫਿਰ ਸਮਝਣ ਦਾ ਯਤਨ ਕਰਿਓ। ਇੱਕ ਹੈ ਜਿਹੜਾ ਨਿਤਨੇਮੀ ਬਾਣੀ ਪੜ੍ਹਨ ਵਾਲਾ, ਉਹ ਬੁੱਤ ਪੂਜੇ, ਉਹ ਪਖੰਡੀਆਂ ਦੇ ਡੇਰਿਆਂ 'ਤੇ ਜਾਵੇ, ਉਹ ਸਾਧਾਂ ਨੂੰ ਜਾ ਕੇ ਮੱਥਾ ਟੇਕੇ। ਤੇ ਜਿਹੜਾ ਕੇਵਲ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਉਹ ਇਹ ਨਾ ਸਮਝ ਲਵੇ ਕਿ ਇਹ ਕਿਰਾਏ ਪਿਆ ਹੋਇਆ ਤੇ ਮੇਰਾ ਕੀ ਬਣੇਗਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਕਿ ਹੇ ਭਾਈ, ਜਿਹੜਾ ਉਹ ਅਨਪੜ੍ਹ ਮਨੁੱਖ ਹੈ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਵੀ ਪਾਰ ਚਲ ਜਾਂਦਾ। ਉਹਨੂੰ ਓਮੀ ਸਾਧ ਨਾ ਮਾਰੀਐ, ਉਹਨੂੰ ਕਿਸੇ ਪ੍ਰਕਾਰ ਦੀ ਮਾਰ ਨਹੀਂ ਪੈਂਦੀ, ਉਹ ਭੁਲੇਖੇ ਵਿੱਚ ਨਹੀਂ ਪੈਂਦਾ। ਕਿਸ ਤਰ੍ਹਾਂ? ਇੱਕ ਉਥਾਨਕਾ ਹੈ ਕਿ ਇੱਕ ਵਾਰ ਕਿਸੇ ਪੰਡਤ ਨੂੰ ਆਣ ਕੇ ਕਿਸੇ ਨੇ ਦੱਸਿਆ ਕਿ ਫਲਾਣੇ ਟਾਪੂ ਦੇ ਵਿੱਚ ਦੋ ਮਨੁੱਖ ਜਿਹੜੇ ਨੇ ਉਹ ਭਗਤੀ ਕਰਦੇ ਪਏ ਨੇ, ਤੇ ਉਹਨਾਂ ਨੂੰ ਰਾਹ ਦੇਣ ਵਾਲਾ ਕੋਈ ਨਹੀਂ, ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ, ਉਹ ਆਪਣੇ ਤਰੀਕੇ ਦੇ ਨਾਲ ਬੰਦਗੀ ਕਰਦੇ ਨੇ। ਉਹ ਪੰਡਤ ਆਖਦਾ ਕਿ ਇਹ ਬੜਾ ਵੱਡਾ ਪਰਉਪਕਾਰ ਹੋਵੇਗਾ, ਮੈਂ ਉਹਨਾਂ ਨੂੰ ਗਿਆਨ ਵੰਡਾਵਾਂ। ਉਹ ਕੀ ਕਰਦਾ ਕਿ ਆਪ ਚੱਲ ਕੇ ਸਮੁੰਦਰੀ ਜਹਾਜ਼ ਪਕੜ ਕੇ ਤੇ ਉਸ ਟਾਪੂ ਦੇ ਉੱਤੇ ਜਾਂਦਾ, ਤੇ ਕੁਝ ਸਮਾਂ ਜਾ ਕੇ ਉਹਨਾਂ ਨੂੰ ਆਖਦਾ ਕਿ ਮੈਂ ਤੁਹਾਨੂੰ ਪੜ੍ਹਾਉਣ ਵਾਸਤੇ ਆਇਆ, ਰੱਬ ਦਾ ਨਾਮ ਜਪਾਉਣ ਵਾਸਤੇ ਆਇਆ। ਕਹਿੰਦੇ ਠੀਕ ਆ ਜੀ, ਅਸੀਂ ਤੇ ਲੈਣ ਹੀ ਰੱਬ ਦਾ ਨਾਮ ਵਾਸਤੇ ਬੈਠੇ ਆ। ਕਹਿੰਦੇ ਇਸ ਤਰ੍ਹਾਂ ਕਰੋ, ਫਿਰ ਸਾਨੂੰ ਰੱਬ ਦਾ ਨਾਮ ਦੱਸ ਦਿਓ। ਕਹਿੰਦੇ ਕਿ ਉਹਨੇ ਗਾਇਤਰੀ ਮੰਤਰ ਪੜ੍ਹ ਕੇ ਤੇ ਉਹਨਾਂ ਨੂੰ ਆਖਿਆ ਕਿ ਇਹਨੂੰ ਯਾਦ ਕਰ ਲਵੋ। ਕੁਝ ਦਿਨ ਲੱਗੇ, ਜਿਸ ਤਰ੍ਹਾਂ ਅਸੀਂ ਹੁਣ ਬਾਣੀ ਪੜ੍ਹਨੀ ਹੋਵੇ ਤੇ ਕੋਈ ਆਖ ਦੇਵੇ ਭਾਈ ਇਹਨੂੰ ਕੰਠ ਕਰ ਲਵੋ, ਤੇ ਕੁਝ ਸਮਾਂ ਲੱਗਦਾ। ਜਿਸ ਤਰ੍ਹਾਂ ਦੀ ਸਾਡੀ ਅਵਸਥਾ ਹੁੰਦੀ ਹੈ, ਉਸ ਅਵਸਥਾ ਦੇ ਅਨੁਸਾਰ ਉਹਨਾਂ ਸਮਾਂ ਲੱਗਦਾ। ਉਹਨਾਂ ਕੁਝ ਕੁ ਦਿਨਾਂ ਦੇ ਵਿੱਚ ਗਾਇਤਰੀ ਮੰਤਰ ਨੂੰ ਪੜ੍ਹ ਲਿਆ, ਪਠਣ ਕਰ ਲਿਆ। ਤੇ ਜਦੋਂ ਪੜ੍ਹ ਲਿਆ ਨਾ, ਤੇ ਪੜ੍ਹਨ ਤੋਂ ਬਾਅਦ ਉਹ ਫਿਰ ਪੰਡਤ ਬੜਾ ਖੁਸ਼ ਹੋਇਆ ਕਿ ਮੈਂ ਇਹਨਾਂ ਨੂੰ ਕੁਝ ਸਿਖਾ ਦਿੱਤਾ। ਆਪਣੇ ਵਤਨ ਨੂੰ ਚੱਲ ਪੈਂਦਾ, ਵਾਪਸ ਆਪਣੇ ਵਤਨ ਪਰਤ ਆਉਣ
ਕੀ ਵੇਖਦਾ ਕਿ ਜਦੋਂ ਉਹ ਉਸ ਟਾਪੂ ਤੋਂ ਜਹਾਜ਼ ਦੇ ਵਿੱਚ ਚੜ੍ਹ ਕੇ ਚੱਲਣ ਲੱਗਦਾ ਤੇ ਉਹ ਦੋਨੋਂ ਜਾਣੇ ਫਿਰ ਭੱਜੇ ਆਉਂਦੇ ਨੇ। ਤੇ ਤੱਕਦਾ ਕੀ ਹੈ ਕਿ ਉਹ ਜਦੋਂ ਭੱਜੇ ਆਉਂਦੇ ਨੇ ਤੇ ਉਹ ਪਾਣੀ ਦੇ ਉੱਤੇ ਹੀ ਦੌੜੇ ਆਉਂਦੇ ਨੇ। ਉਹ ਦੇਖਦਾ ਹੈ ਕਿ ਇਹ ਮੇਰੇ ਵੱਲ ਨੂੰ ਆ ਰਹੇ ਨੇ, ਹੈਰਾਨ ਹੋ ਜਾਂਦਾ, ਇੰਨੀ ਬੰਦਗੀ ਕੀਤੀ ਇਹਨਾਂ ਨੇ। ਜਦੋਂ ਆਉਂਦੇ ਆ ਨਾ ਤੇ ਆਣ ਕੇ ਉਸ ਜਹਾਜ਼ ਦੇ ਕੋਲ ਉਸ ਪੰਡਤ ਨੂੰ ਆਵਾਜ਼ ਦੇ ਕੇ ਆਖਦੇ ਨੇ ਕਿ ਪੰਡਤ ਜੀ ਅਸੀਂ ਗਾਇਤਰੀ ਮੰਤਰ ਭੁੱਲ ਗਏ ਹਾਂ, ਸਾਨੂੰ ਭੁੱਲ ਗਿਆ, ਸਾਨੂੰ ਫਿਰ ਯਾਦ ਕਰਵਾ ਦਿਓ। ਤੇ ਉਹ ਦੋਵੇਂ ਹੱਥ ਜੋੜ ਕੇ ਖੜਾ ਹੋ ਜਾਂਦਾ, ਆਖ ਦਿੰਦਾ ਕਿ ਇਹ ਭਾਈ ਤੁਸੀਂ ਤੇ ਪੁੱਗੇ ਹੋਏ ਜੇ, ਮੈਂ ਤੁਹਾਨੂੰ ਕੀ ਪੜ੍ਹਾ ਸਕਦਾ। ਕਹਿਣ ਤੋਂ ਭਾਵ ਕਿ ਇੱਕ ਪੰਡਤ ਵੇਦਾਂ ਦਾ ਗਿਆਤਾ ਕਿਸੇ ਨੂੰ ਪੜ੍ਹਾਉਣ ਗਿਆ ਜਿਹਦਾ ਆਪਣਾ ਅੰਦਰ ਖਾਲੀ ਸੀ, ਪਰ ਇੱਕ ਪਾਸੇ ਉਹ ਜਿਹੜੇ ਭੋਲੇ ਭਾ ਪਰਮਾਤਮਾ ਦੀ ਬੰਦਗੀ ਕਰਦੇ ਪਏ ਨੇ ਉਹ ਪੁੱਗ ਗਏ, ਉਹਨਾਂ ਨੂੰ ਗਿਆਨ ਹਾਸਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਭੋਲੇ ਭਾ ਵਾਹਿਗੁਰੂ ਵਾਹਿਗੁਰੂ ਜਪਦਿਆਂ, ਰੱਬ ਦਾ ਨਾਮ ਲੈਂਦਿਆਂ, ਰਾਮ ਰਾਮ ਜਪਦਿਆਂ, ਅੱਲਾ ਅੱਲਾ ਜਪਦਿਆਂ ਉਸ ਨੂੰ ਪਾਰ ਪੈ ਜਾਂਦੇ ਨੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਨੁੱਖ, ਇਹ ਨਾ ਸਮਝ ਲਈ ਕਿ ਜਿਹਦੇ ਕੋਲ ਬਹੁਤਾ ਗਿਆਨ ਹੈ, ਜਿਹੜਾ ਉੱਚੀ ਉੱਚੀ ਬੋਲ ਕੇ ਰੌਲਾ ਪਾਉਂਦਾ ਏ, ਆਵਾਜ਼ਾਂ ਮਾਰਦਾ ਏ ਕਿ ਮੇਰੇ ਕੋਲ ਇੰਨਾ ਗਿਆਨ ਹੈ। ਅੱਜ ਸੰਸਾਰ ਦੇ ਅੰਦਰ ਵੇਖ ਲਵੋ, ਲੋਕ ਅਹੰਕਾਰ ਵਸ ਹੋ ਕੇ ਬੜੇ ਬੜੇ ਵੱਡੇ ਪ੍ਰਚਾਰਕ, ਕਥਾਵਾਚਕ ਗਿਆਨ ਦੇ ਅਹੰਕਾਰ ਵਿੱਚ ਬੱਝੇ ਹੋਏ ਇਹ ਸਮਝਦੇ ਨੇ ਕਿ ਸਾਡੇ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨਹੀਂ, ਸਾਨੂੰ ਗਿਆਨ ਹਾਸਲ ਹੋ ਗਿਆ। ਤੇ ਸਾਡੇ ਵਰਗੇ ਕੀ ਵੇਖਦੇ ਨੇ ਕਿ ਭਾਈ ਏਡੇ ਏਡੇ ਵੱਡੇ ਗਿਆਨੀ ਵੀ ਅਹੰਕਾਰ ਵਿੱਚ ਬੈਠੇ ਨੇ ਤੇ ਸਾਡਾ ਕੀ ਬਣੇਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਐ ਗੁਰੂ ਦੇ ਸਿੱਖ ਤੂੰ ਇਹ ਨਾ ਸਮਝ ਕਿ ਏਡੇ ਵੱਡੇ ਗਿਆਤਾ ਅਹੰਕਾਰ ਦੇ ਵਸ ਚਲੇ ਗਏ ਨੇ, ਤੂੰ ਇਹ ਸਮਝ ਕੇ ਤੂੰ ਸੱਚੇ ਮਨ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਹੈ। ਇਸ ਸੰਸਾਰ ਦੇ ਉੱਤੇ ਤੇਰਾ ਪਾਰ ਉਤਾਰਾ ਹੋਵੇਗਾ, ਕਿਉਂਕਿ ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਭਾਈ ਜਿਹੋ ਜੀ ਘਾਲਣਾ ਘਾਲੇਗਾ ਨਾ, ਜਿਹੋ ਜਿਹਾ ਤੂੰ ਆਪਣੇ ਜੀਵਨ ਦੇ ਵਿੱਚ ਕਰਮ ਕਰੇਗਾ ਸੰਸਾਰ ਦੇ ਉੱਤੇ, ਉਹੋ ਜਿਹਾ ਤੈਨੂੰ ਨਾਮ ਮਿਲ ਜਾਵੇਗਾ। ਜੇ ਤੂੰ ਚੰਗੇ ਕਰਮ ਕਰ ਰਿਹਾ ਤੇ ਲੋਕ ਤੈਨੂੰ ਚੰਗਾ ਇਨਸਾਨ ਸਮਝਣਗੇ, ਸਤਿਕਾਰ ਦੇ ਨਾਲ ਆਵਾਜ਼ ਮਾਰਨਗੇ ਭਾਈ ਸਾਹਿਬ ਜੀ। ਤੇ ਜੇ ਤੂੰ ਕਿਤੇ ਚੋਰਾਂ ਦੇ ਨਾਲ ਯਾਰੀ ਪਾ ਲਈ, ਮੰਦ ਕਰਮੀਆਂ ਦੇ ਨਾਲ ਯਾਰੀ ਪਾ ਲਈ, ਤੇ ਤੈਨੂੰ ਮੰਦ ਕਰਮੀ ਭਾਵ ਮਾੜਾ ਇਨਸਾਨ ਕਹਿ ਕੇ ਆਵਾਜ਼ ਮਾਰਨਗੇ। ਕਈ ਪ੍ਰਕਾਰ ਦੇ ਅਸੀਂ ਨਾਮ ਸੰਸਾਰ ਦੇ ਉੱਤੇ ਸੁਣਦੇ ਹਾਂ। ਜਿਹੜਾ ਮਨੁੱਖ ਜਿਹੜਾ ਕਰਮ ਕਰਦਾ ਉਹਨੂੰ ਉਸੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ। ਜੇ ਕੋਈ ਸੰਸਾਰੀ ਕਰਮ ਕਰਦਾ ਤੇ ਹੁਣ ਇੱਥੇ ਦੇਖ ਲਓ, ਜੇ ਕੋਈ ਬਹੁਤਾ ਵੱਡਾ ਟਰਾਂਸਪੋਰਟਰ ਹੈ ਉਹਨੂੰ ਸੇਠ ਆਖਿਆ ਜਾਂਦਾ। ਵੱਖ ਵੱਖ ਨਾਮ ਦਿੱਤੇ ਗਏ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜਿਹੋ ਜੀ ਤੂੰ ਘਾਲਣਾ ਘਾਲੇਗਾ ਉਹੋ ਜਿਹਾ ਤੇਰਾ ਨਾਮ ਪ੍ਰਚਲਿਤ ਹੋਵੇਗਾ। ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਇਹ ਭਾਈ ਇਹੋ ਜਿਹਾ ਕੋਈ ਵੀ ਕਰਮ ਨਹੀਂ ਕਰਨਾ। ਐਸੀ ਕਲਾ ਨਾ ਖੇਡੀਐ, ਇਹੋ ਜਿਹੀ ਕੋਈ ਖੇਡ ਨਹੀਂ ਖੇਡਣੀ ਜਿਹਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਸ਼ਰਮਿੰਦਾ ਹੋਣਾ ਪਵੇ। ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਤੇਰੇ ਗੁਨਾਹ ਕਬੂਲ ਹੋ ਜਾਣ ਕਿ ਭਾਈ ਇਹਨੇ ਇੰਨੇ ਗੁਨਾਹ ਕੀਤੇ ਨੇ। ਕਰਮ ਉਹ ਕਰ ਜਿਸ ਕਰਮ ਦੇ ਵਿੱਚ ਸੱਚੀ ਕਿਰਤ ਹੋਵੇ, ਜਿਸ ਕਰਮ ਦੇ ਵਿੱਚ ਨਾਮ ਜਪਿਆ ਹੋਵੇ, ਜਿਸ ਕਰਮ ਦੇ ਵਿੱਚ ਵੰਡ ਕੇ ਛਕਿਆ ਹੋਵੇ, ਐਸਾ ਕਰਮ ਕਰ। ਐਸੀ ਕਲਾ ਨਾ ਖੇਡੀਏ, ਉਹ ਕਲਾ ਨਾ ਖੇਡੀ, ਉਹ ਕਰਮ ਨਾ ਕਰੀ ਜਿਸ ਕਰਮ ਦੇ ਨਾਲ ਸੰਸਾਰ ਦੇ ਉੱਤੇ ਲੋਕ ਤੈਨੂੰ ਧਿਰਕਾਰਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ। ਇੱਕ ਪੜ੍ਹਿਆ ਲਿਖਿਆ ਤੇ ਓਮੀਆਂ ਸ਼ਬਦ ਦੇ ਮੈਂ ਅਰਥ ਕੀਤੇ ਸਨ ਅਨਪੜ੍ਹ ਮਨੁੱਖ, ਜਿਹੜਾ ਕੇਵਲ ਇੱਕ ਪਰਮਾਤਮਾ ਦੇ ਨਾਮ ਨੂੰ ਜਾਣਦਾ, ਹੋਰ ਉਹਨੂੰ ਕੋਈ ਗਿਆਨ ਨਹੀਂ, ਉਹਨੇ ਕੋਈ ਜ਼ਿਆਦਾ ਗ੍ਰੰਥ ਨਹੀਂ ਪੜ੍ਹੇ, ਕੇਵਲ ਇੱਕ ਨਾਮ ਨੂੰ ਜਾਣਦਾ।
जिस तरह भगत धन्ना जी, ਜਦੋਂ ਅਸੀਂ ਭਗਤ ਧੰਨੇ ਦਾ ਜੀਵਨ ਪੜ੍ਹਦੇ ਆ ਨਾ, ਤੇ ਪੰਡਤ ਨੇ ਉਹਨੂੰ ਭਰਮਾ ਲਿਆ ਤੇ ਦੱਸਿਆ ਕਿ ਇਹ ਜਿਹੜਾ ਮੇਰੇ ਕੋਲ ਪੱਥਰ ਹੈ ਭਗਵਾਨ ਹੈ। ਹੁਣ ਪੰਡਤ ਗਿਆਤਾ ਹੈ ਵੇਦਾਂ ਦਾ ਅਭਿਆਸ ਕੀਤਾ, ਉਹਨੇ ਸਿਮਰਤੀਆਂ ਪੜ੍ਹੀਆਂ, ਉਹਨੇ ਬੜੇ ਗ੍ਰੰਥ ਪੜ੍ਹੇ ਨੇ, ਪਰ ਭਗਤ ਧੰਨੇ ਨੇ ਪੜ੍ਹਿਆ ਕੁਝ ਨਹੀਂ, ਕੇਵਲ ਕਿਰਸਾਨੀ ਕਰਦਾ ਏ। ਤੇ ਇੱਕ ਜਿੱਦ ਕਰਕੇ ਉਸ ਪੰਡਤ ਦੇ ਕੋਲੋਂ ਉਹ ਪੱਥਰ ਚੁੱਕ ਕੇ ਲੈ ਆਉਂਦਾ ਤੇ ਉਹਨੂੰ ਰੱਬ ਸਮਝ ਲੈਂਦਾ, ਉਹਦੀ ਪੂਜਾ ਕਰਦਾ। ਤੇ ਪੂਜਾ ਵੀ ਉਹਦੀ ਆਪਣੇ ਤਰੀਕੇ ਦੇ ਨਾਲ, ਉਹਨੂੰ ਆਪਣੀ ਜਿਹੜੇ ਉਹਦੇ ਕੋਲ ਮੋਟਰ ਹੈ, ਪਾਣੀ ਦਾ ਜਿਹੜਾ ਪ੍ਰਬੰਧ ਹੈ, ਪੁਰਾਣੇ ਸਮੇਂ ਵਿੱਚ ਖੂਹ ਹੁੰਦੇ ਸਨ, ਉਹ ਪੱਥਰ ਨੂੰ ਉਸੇ ਖੂਹ ਦੇ ਕਿਨਾਰੇ ਦੇ ਉੱਤੇ ਰੱਖ ਕੇ ਜਿੱਦਾਂ ਆਪ ਇਸ਼ਨਾਨ ਕਰਦਾ ਉਸੇ ਤਰ੍ਹਾਂ ਕਰਾਉਂਦਾ। ਭੋਲਾ ਭਾਏ ਨਾ, ਉਹਦੇ ਮਨ ਵਿੱਚ ਕੋਈ ਨਹੀਂ, ਉਹ ਕਹਿੰਦਾ ਪਰਮਾਤਮਾ ਵੀ ਮੇਰੇ ਵਰਗਾ, ਇਹ ਹੁਣ ਮੇਰਾ ਆੜੀ ਬਣ ਗਿਆ। ਉਹਦੀ ਉਸੇ ਤਰੀਕੇ ਨਾਲ ਸੇਵਾ ਕਰਦਾ ਤੇ ਅਖੀਰ ਜਦੋਂ ਉਹਨੂੰ ਭੋਜਨ ਛਕਾਉਣ ਲੱਗਦਾ ਕਹਿੰਦਾ ਤੂੰ ਛਕਦਾ ਕਿਉਂ ਨਹੀਂ, ਜੇ ਤੂੰ ਛਕੇਂਗਾ ਤੇ ਮੈਂ ਛਕਾਂਗਾ। ਤਾਂ ਅਖੀਰ ਹੋਇਆ ਕਿ ਕਹਿੰਦੇ ਉਸ ਧੰਨੇ ਭਗਤ ਨੂੰ ਪਰਮਾਤਮਾ ਨੇ ਆਪ ਪ੍ਰਤੱਖ ਦਰਸ਼ਨ ਦਿੱਤੇ। ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਧੰਨਾ ਵੱਡੇ ਭਾਗਾਂ ਵਾਲਾ ਬਣ ਗਿਆ, ਉਹਨੂੰ ਪਰਮਾਤਮਾ ਨੇ ਦਰਸ਼ਨ ਦੇ ਦਿੱਤੇ। ਉਹਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਪਈ, ਉਹਦੇ ਮਨ ਅੰਦਰ ਕੇਵਲ ਇਹ ਤਾਂਘ ਸੀ ਕਿ ਮੈਂ ਪਰਮਾਤਮਾ ਨੂੰ ਮਿਲਣਾ। ਉਹਨੇ ਯਾਰੀ ਪਰਮਾਤਮਾ ਦੇ ਨਾਲ ਪਾ ਲਈ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇੱਕ ਪੜ੍ਹਿਆ ਲਿਖਿਆ ਅਤੇ ਦੂਸਰਾ ਓਮੀਆਂ, ਜਿਹੜਾ ਕੇਵਲ ਪਰਮਾਤਮਾ ਦੇ ਨਾਮ ਨੂੰ ਜਾਣਦਾ, ਬਾਕੀ ਉਹਨੂੰ ਕੋਈ ਗਿਆਨ ਨਹੀਂ, ਉਸ ਗਿਆਨ ਤੋਂ ਬਿਲਕੁਲ ਅਨਪੜ੍ਹ ਹੈ। ਇਸ ਸੰਸਾਰ ਦੇ ਉੱਤੋਂ ਜਦੋਂ ਉਹ ਪਰਮਾਤਮਾ ਦੀ ਦਰਗਾਹ ਵਿੱਚ ਹਾਜ਼ਰ ਹੋਵੇਗਾ ਤਾਂ ਉਹਦੀ ਜਦੋਂ ਵਿਚਾਰ ਹੋਵੇਗੀ, ਉਹਦੇ ਲੇਖੇ ਜੋਖੇ ਵਿੱਚ ਉਹਦਾ ਉਹੀ ਨਾਮ ਪਏਗਾ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅਖੀਰ ਵਿੱਚ ਆਖਦੇ ਨੇ, ਮੋਹ ਚੱਲੈ ਸੋ ਅੱਗੇ ਮਾਰੀਏ। ਹੇ ਭਾਈ, ਜਿਹੜਾ ਆਪਣੇ ਆਪ ਵਿੱਚ ਚਲਾਕ ਸਮਝ ਬਣਦਾ ਨਾ, ਜਿਹੜਾ ਆਪਣੇ ਆਪ ਨੂੰ ਚਲਾਕ ਅਤੇ ਚੁਸਤ ਸਮਝਦਾ ਕਿ ਮੈਂ ਬੜਾ ਚਲਾਕ ਹਾਂ, ਜਿਹੜਾ ਆਪਣੇ ਮੂੰਹ ਚੱਲੈ, ਆਪਣੀ ਮੱਤ ਦੇ ਅਨੁਸਾਰ ਚੱਲਦਾ ਕਿ ਭਾਈ ਮੈਂ ਆਹ ਕਰਮ ਕਰਾਂਗਾ, ਕਿਸੇ ਦੀ ਮੰਨਦਾ ਨਹੀਂ। ਕੋਈ ਭਲਾ ਪੁਰਸ਼ ਆਖਦੇ ਨਾ ਭਾਈ ਗੁਰੂ ਘਰ ਵਿੱਚ ਇਸ ਤਰ੍ਹਾਂ ਬੈਠਣਾ ਹੈ, ਅਤੇ ਉਹ ਨਹੀਂ ਮੰਨਦਾ, ਕਹਿੰਦਾ ਨਹੀਂ ਤੁਹਾਨੂੰ ਬਹੁਤਾ ਪਤਾ। ਜਿਹੜਾ ਆਪਣੀ ਮੱਤ ਦੇ ਅਨੁਸਾਰ ਚੱਲਦਾ, ਮੂੰਹ ਚੱਲੈ, ਆਪਣੇ ਮੂੰਹ ਦੀ ਭਾਵ ਆਪਣੀ ਮੱਤ ਦੇ ਅਨੁਸਾਰ ਚੱਲਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਮੂੰਹ ਚੱਲੈ ਸੋ ਅੱਗੇ ਮਾਰੀਏ। ਉਹਨੂੰ ਅੱਗੇ ਦਰਗਾਹ ਵਿੱਚ ਮਾਰ ਪੈਂਦੀ ਹੈ, ਉਹਨੂੰ ਉਸ ਦਰਗਾਹ ਵਿੱਚ ਢੋਈ ਨਹੀਂ ਮਿਲਦੀ। ਉਹਨੂੰ ਦਰਗਾਹ ਦੇ ਵਿੱਚ ਜਾ ਕੇ ਫਿਰ ਕੀ ਹੈ, ਧਿਰਕਾਰਾਂ ਪੈਂਦੀਆਂ ਨੇ, ਉਹਨੂੰ ਸਜ਼ਾਵਾਂ ਮਿਲਦੀਆਂ ਨੇ। ਇਸ ਕਰਕੇ ਹੇ ਮਨੁੱਖ, ਉਸ ਪਰਮਾਤਮਾ ਦੀ ਬੰਦਗੀ ਕਰ, ਉਸ ਪਰਮਾਤਮਾ ਦਾ ਨਾਮ ਜਪ। ਇੱਥੇ ਕੇਵਲ ਇਹ ਲੈਵਲ ਨਹੀਂ ਲੱਗਾ ਕਿ ਬਹੁਤੇ ਗਿਆਨ ਹਾਸਲ ਕਰਨ ਦੇ ਨਾਲ ਮਨੁੱਖ ਪਰਮਾਤਮਾ ਤੱਕ ਪੁੱਜ ਸਕਦਾ। ਇੱਥੇ ਇਹ ਵੀ ਨਹੀਂ ਕਿ ਕੋਈ ਅਨਪੜ੍ਹ ਮਨੁੱਖ ਹੈ ਅਤੇ ਉਹ ਪਰਮਾਤਮਾ ਦੇ ਰਸਤੇ ਉੱਤੇ ਨਹੀਂ ਚੱਲ ਸਕਦਾ। ਐਸੇ ਕਈ ਵੇਖੇ ਨੇ। ਸਾਡੇ ਨਗਰ ਦਾ ਇੱਕ ਡਰਾਈਵਰ ਵੀਰ ਹੁੰਦਾ ਸੀ, ਉਹਨੇ ਕੈਸਟਾਂ ਦੇ ਉੱਤੋਂ ਬਾਣੀ ਸੁਣ ਕੇ ਪੂਰਾ ਨਿਤਨੇਮ ਕੰਠ ਕਰ ਲਿਆ ਸੀ। ਅਤੇ ਇੰਨਾ ਸ਼ੁੱਧ, ਕਿਉਂਕਿ ਉਹ ਕੈਸਟ ਵਾਲੇ ਨੇ ਸ਼ੁੱਧ ਉਚਾਰਨ ਕੀਤਾ, ਉਹਨੂੰ ਵੀ ਸ਼ੁੱਧ ਉਚਾਰਨ ਆਉਂਦਾ ਸੀ। ਅਤੇ ਉਹਦੇ ਕੋਲੋਂ ਅਸੀਂ ਫਿਰ ਬਾਣੀ ਪੜ੍ਹੀ ਆਪਣੇ ਬਚਪਨ ਵਿੱਚ। ਉਹਨੇ ਸਾਨੂੰ ਜਪਜੀ ਸਾਹਿਬ ਜਿਹੜਾ ਸੀ ਉਹ ਕੰਠ ਕਰਵਾ ਦਿੱਤਾ। ਭਾਈ, ਇਸ ਸੰਸਾਰ ਦੇ ਉੱਤੇ ਜੇ ਕਿਤੇ ਅਸੀਂ ਇਹ ਨਾ ਹੋਵੇ ਕਿ ਅਸੀਂ ਇਹ ਹੁਣ ਮਨ ਦੇ ਅੰਦਰ ਤੱਕ ਲਈਏ ਕਿ ਵਾਕਈ ਅਸੀਂ ਵਾਹਿਗੁਰੂ ਦਾ ਸਿਮਰਨ ਕਰਕੇ ਪਾਰ ਉਤਾਰਾ ਹੋ ਜਾਈਏ, ਇਹ ਵੀ ਮਨ ਦੇ ਅੰਦਰ ਹੰਕਾਰ ਹੈ। ਕਿਤੇ ਸਮਾਂ ਬਣੇਗਾ ਵਿਚਾਰ ਕਰਾਂਗੇ। ਇਹ ਹੰਕਾਰ ਦੇ ਵਿੱਚ ਵੀ ਨਹੀਂ ਡੁੱਬਣਾ। ਜਿੰਨਾ ਕੁ ਹੋ ਸਕਦਾ ਅਸੀਂ ਗਿਆਨ ਵੀ ਲੈਣਾ, ਪਰ ਉਸ ਗਿਆਨ ਦੇ ਨਾਲ ਅਹੰਕਾਰ ਨਹੀਂ ਬੰਨ੍ਹਣਾ। ਨਿਮਰਤਾ ਦੇ ਵਿੱਚ ਰਹਿ ਕੇ ਅਤੇ ਜ਼ਰੂਰ ਜੋ ਅਸੀਂ ਸਾਡਾ ਨਿਤਾ ਪ੍ਰਤੀ ਕਰਮ ਹੈ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਨਾ, ਇਸ਼ਨਾਨ ਕਰਨਾ, ਉਪਰੰਤ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ। ਇਹ ਸਾਡਾ ਮੁੱਢਲਾ ਫਰਜ਼ ਹੈ। ਸੋ ਇਹ ਜ਼ਰੂਰ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਰਹਿਮਤ ਕਰੇ, ਕੀਤੀ ਹੋਈ ਵਿਚਾਰ ਸਾਡੇ ਮਨ ਵਿੱਚ ਵਸ ਜਾਵੇ। ਆਓ ਅੰਤ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।